Hello student, welcome back to my YouTube channel. So let's start next topic of chapter 10 convex and concave lenses. So ਸਭ ਤੋਂ ਪਹਿਲਾਂ ਅਸੀਂ image formation by convex lens ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਦੀ image ਬਣਦੀ ਆ. So number 1 is at infinity. ਹੁਣ ਮੰਨ ਲਓ ਤੁਸੀਂ ਇੱਕ ਇਨਫਿਨਿਟੀ ਤੋਂ ਜਿਹੜੀਆਂ ਰੇਜ਼ ਆਫ ਲਾਈਟ ਆ ਰਹੀਆਂ. ਸੋ ਧਿਆਨ ਨਾਲ ਡਾਇਗਰਾਮ ਦੇਖੋ, ਅਸੀਂ ਲਿੱਤਾ ਇੱਕ ਕਨਵੈਕਸ ਲੈਂਸ ਇਸ ਤਰੀਕੇ ਦਾ. ਸੋ ਇਨਫਿਨਿਟੀ ਤੋਂ ਰੇਜ਼ ਆ ਰਹੀਆਂ ਇਸ ਤਰੀਕੇ ਨਾਲ, ਠੀਕ ਹੈ. ਸੋ ਤੁਹਾਡੀ ਇਮੇਜ ਕਿੱਥੇ ਬਣੇਗੀ? ਐਟ ਫੋਕਸ. ਸੋ ਕਿਉਂਕਿ ਇਹ ਕਨਵਰਜਿੰਗ ਲੈਂਸ ਆ, ਠੀਕ ਹੈ ਬੱਚੇ. ਜੋ ਕਨਵੈਕਸ ਲੈਂਸ ਆ ਇਹਨੂੰ ਕਨਵਰਜਿੰਗ ਲੈਂਸ ਬੋਲਦੇ ਆ, ਜਿਹੜੀਆਂ ਰੇਜ਼ ਆਫ ਲਾਈਟ ਨੂੰ ਇਕੱਠਾ ਕਰ ਦਿੰਦੀਆਂ. ਇਹਦਾ ਮਤਲਬ ਇਹਨੇ ਇੱਕ ਪਰਟੀਕੂਲਰ ਪੁਆਇੰਟ 'ਤੇ ਆ ਕੇ ਸਾਰੀ ਦੀ ਸਾਰੀਆਂ ਰੇਜ਼ ਆਫ ਲਾਈਟ ਨੂੰ ਇਕੱਠਾ ਕਰ ਦਿੱਤਾ. ਜਿੱਥੇ ਵੀ ਇਕੱਠਾ ਕਰ ਦਿੱਤਾ ਉਹਨੂੰ ਅਸੀਂ ਬੋਲਦੇ ਹਾਂ ਫੋਕਸ. ਜਦੋਂ ਵੀ ਇਨਫਿਨਿਟੀ ਤੋਂ ਰੇਜ਼ ਆਉਂਦੀਆਂ ਸਾਰੀ ਦੀ ਸਾਰੀ ਰੇਜ਼ ਆਫ ਲਾਈਟ ਫੋਕਸ 'ਤੇ ਆ ਕੇ ਇਕੱਠੀਆਂ ਹੋ ਜਾਂਦੀਆਂ. ਇਹਦਾ ਮਤਲਬ ਕਿਉਂਕਿ ਜਿਹੜੀ ਤੁਸੀਂ ਇਨਫਿਨਿਟੀ ਤੋਂ ਰੇਜ਼ ਆ ਰਹੀਆਂ, ਕੋਈ ਚੰਦ ਤਾਰੇ ਸੂਰਜ ਕਿਸੇ ਇੱਦਾਂ ਦੀ ਤੋਂ ਰੇਜ਼ ਆਫ ਲਾਈਟ ਆ ਰਹੀਆਂ, ਇਹਦਾ ਮਤਲਬ ਜਿਹੜੀ ਤੁਹਾਡੀ ਇਮੇਜ ਬਣੂਗੀ ਉਹ ਬਹੁਤ ਜ਼ਿਆਦਾ ਛੋਟੀ ਬਣੂਗੀ, ਹਾਈਲੀ ਡਿਮਨਿਸ਼ ਜਾਂ ਫਿਰ ਪੁਆਇੰਟ ਸਾਈਜ਼. ਪੁਆਇੰਟ ਸਾਈਜ਼ ਮਤਲਬ ਬਹੁਤ ਜ਼ਿਆਦਾ ਛੋਟਾ. ਤਾਂ ਇਮੇਜ ਦਾ ਨੇਚਰ ਕਿਸ ਤਰ੍ਹਾਂ ਦੀ ਇਮੇਜ ਹੋਏਗੀ? ਰੀਅਲ ਐਂਡ ਇਨਵਰਟਿਡ. ਰੀਅਲ ਮਤਲਬ ਅਸਲੀ ਦੀ ਬਣੂਗੀ, ਇਨਵਰਟਿਡ ਮਤਲਬ ਸਿੱਧੀ ਬਣੇਗੀ, ਠੀਕ ਹੈ. ਇਨਵਰਟਿਡ ਦਾ ਮਤਲਬ ਹੁੰਦਾ ਬੱਚੇ ਉਲਟੀ, ਠੀਕ ਹੈ, ਉਲਟੀ ਬਣੇਗੀ. ਸੋ ਸੈਕੰਡ ਕੇਸ ਦੇਖੋ, ਬਿਯੋਂਡ 2f. ਹੁਣ ਧਿਆਨ ਨਾਲ ਨੈਕਸਟ ਕੇਸ ਦੇਖੋ, ਅਸੀਂ ਕਨਵੈਕਸ ਲੈਂਸ ਲਿੱਤਾ. ਕਨਵੈਕਸ ਲੈਂਸ ਲੈਣ ਤੋਂ ਬਾਅਦ ਅਸੀਂ ਕੀ ਕੀਤਾ? ਉਹਦੀ 2f ਤੋਂ ਪਰਾਂ ਅਸੀਂ ਇੱਕ ਆਬਜੈਕਟ ਰੱਖ ਦਿੱਤਾ. ਇੱਕ ਰੇ ਆਫ ਲਾਈਟ ਬੱਚੇ ਹਮੇਸ਼ਾ ਹੀ ਸੈਂਟਰ 'ਚੋਂ ਪਾਸ ਹੋ ਕੇ ਜਾਂਦੀ. ਜਿਹੜੀ ਸੈਂਟਰ 'ਚੋਂ ਪਾਸ ਹੋ ਕੇ ਜਾਂਦੀ, ਆਪਣਾ ਸਕੇਲ ਰੱਖੋ, ਬਿਲਕੁਲ ਸਟ੍ਰੇਟ ਲਾਈਨ ਜਾਏਗੀ, ਕਿਸੇ ਪਾਸੇ ਵੀ ਬੈਂਡ ਨਹੀਂ ਹੋਏਗੀ. ਆਪਣਾ ਸਕੇਲ ਰੱਖੋ ਅਤੇ ਇੱਕ ਲਾਈਨ ਇਸ ਤਰੀਕੇ ਨਾਲ ਬਣਾ ਦਿਓ. ਤਾਂ ਇਹ ਵਾਲੀ ਇੱਥੇ ਇੱਕ ਬੱਚੇ ਫੋਕਸ ਆ, ਇਹਦੇ ਵਿੱਚੋਂ ਦੀ ਪਾਸ ਹੋ ਕੇ ਜਾਏਗੀ ਤਾਂ ਇੱਕ ਇਸ ਤਰ੍ਹਾਂ ਦੀ ਇੱਕ ਇਮੇਜ ਬਣੇਗੀ. ਕਲੀਅਰ ਹੋ ਗਿਆ? ਕਿਉਂਕਿ ਇਹ 2f ਤੋਂ ਪਿੱਛੇ ਬਣਿਆ ਆ ਤਾਂ 2f ਤੋਂ ਪਹਿਲਾਂ ਤੁਹਾਡੀ ਇਮੇਜ ਬਣ ਜਾਏਗੀ. ਸੋ ਧਿਆਨ ਨਾਲ ਡਾਇਗਰਾਮ ਦੇਖ ਲਓ. ਜਦੋਂ ਤੁਸੀਂ 2f ਤੋਂ ਪਿੱਛੇ ਰੱਖਦੇ ਆ ਆਬਜੈਕਟ ਨੂੰ ਤਾਂ 2f ਤੋਂ ਇੱਧਰੋਂ 2f ਤੋਂ ਪਹਿਲਾਂ ਤੁਹਾਡੀ ਇਮੇਜ ਬਣ ਜਾਊਗੀ. ਬਿਟਵੀਨ 2f ਐਂਡ 2f2 ਮਤਲਬ ਕਿ ਆਹ ਵਾਲੇ 2f f2 ਔਰ ਆਹ ਵਾਲੇ 2f2 ਦੇ ਵਿਚਕਾਰ ਕਿਤੇ ਇਮੇਜ ਬਣ ਜੂਗੀ. ਡਿਮਨਿਸ਼ ਦਾ ਮਤਲਬ ਹੁੰਦਾ ਹੈ ਸਮੌਲ ਬਣੇਗੀ, ਰੀਅਲ ਮਤਲਬ ਅਸਲੀ ਬਣੂਗੀ, ਇਨਵਰਟਿਡ ਮਤਲਬ ਉਲਟੀ ਬਣੇਗੀ. ਕਲੀਅਰ ਹੋ ਗਿਆ? ਅਗਲਾ ਕੇਸ ਦੇਖੋ ਬੱਚੇ. ਹੁਣ ਅਸੀਂ ਕੀ ਕਰਨ ਲੱਗੇ? ਪਹਿਲਾਂ 2f1 ਤੋਂ ਅਸੀਂ ਪਿੱਛੇ ਰੱਖਿਆ ਸੀ, ਹੁਣ ਅਸੀਂ 2f1 ਦੇ ਬਿਲਕੁਲ ਉੱਪਰ ਰੱਖ ਦੇਣਾ. ਅਗਲਾ ਕੇਸ ਦੇਖੋ, 2f1 ਦੇ ਉੱਪਰ ਬਿਲਕੁਲ ਰੱਖ ਦਿੱਤਾ. ਹਮੇਸ਼ਾ ਯਾਦ ਰੱਖਣਾ, ਜਦੋਂ ਵੀ ਤੁਸੀਂ 2f1 ਤੇ ਰੱਖੋਗੇ ਦੂਸਰੇ ਪਾਸੇ ਵੀ 2f ਤੇ ਹੀ ਬਣੂਗੀ, ਠੀਕ ਹੈ. ਦੇਖ ਲਓ 2f2 ਇੱਧਰ ਵਾਲੀ ਅਸੀਂ f1 ਸੀ, ਇੱਧਰ f2 ਆ. ਸੋ ਅਗਰ 2f ਦੇ ਉੱਪਰ ਰੱਖਦੇ ਹਾਂ ਤਾਂ 2f ਦੇ ਉੱਪਰ ਹੀ ਬਣੂਗੀ, ਠੀਕ ਹੈ. ਸੋ ਜਿੰਨਾ ਸਾਈਜ਼ ਇਹਦਾ, ਮੰਨ ਲਓ 5 ਸੈਂਟੀਮੀਟਰ ਦੀ ਤਾਂ ਵੀ 5 ਸੈਂਟੀਮੀਟਰ ਦਾ ਸੇਮ ਸਾਈਜ਼ ਹੋਏਗਾ. ਅਸੀਂ ਲਿਖ ਦਿੱਤਾ ਸੇਮ ਸਾਈਜ਼. ਰੀਅਲ ਆ ਕਿਉਂਕਿ ਦੂਸਰੇ ਪਾਸੇ ਜਾ ਕੇ ਬਣਦੀ ਆ ਤਾਂ ਰੀਅਲ ਆ, ਉਲਟੀ ਬਣੀ ਆ ਪ੍ਰਿੰਸੀਪਲ ਐਕਸਿਸ ਤੋਂ ਨੀਚੇ ਬਣੀ ਆ ਤਾਂ ਇਨਵਰਟਿਡ, ਠੀਕ ਹੈ, ਉਲਟੀ ਬਣੀ ਆ. ਕਲੀਅਰ ਹੋ ਗਿਆ? ਸੋ ਇਹ ਪਹਿਲੇ ਤੁਹਾਡੇ 3 ਕੇਸ ਸੀ. ਨੈਕਸਟ ਕੇਸ ਦੇਖੋ. ਹੁਣ ਬੱਚੇ ਤੀਸਰਾ ਕੇਸ ਸੀ, ਅਸੀਂ 2f1 ਤੇ ਰੱਖਿਆ ਸੀ. ਹੁਣ ਅਸੀਂ ਆਹੀ ਆਬਜੈਕਟ ਨੂੰ ਚੱਕ ਕੇ ਥੋੜਾ ਜਿਹਾ ਸ਼ਿਫਟ ਕਰਕੇ 2f1 ਤੇ f1 ਦੇ ਵਿਚਕਾਰ ਰੱਖ ਦਿੱਤਾ ਅਗਲੇ ਕੇਸ ਦੇ ਵਿੱਚ, ਠੀਕ ਹੈ. ਹੁਣ ਕੀ ਹੋਊਗਾ? ਪਹਿਲੇ ਕੇਸ ਦੇ ਵਿੱਚ ਕੀ ਸੀ? ਪਹਿਲਾਂ ਤੁਹਾਡਾ ਪੂਰਾ 2f ਤੇ ਬਣਦਾ ਸੀ, ਕਿਉਂਕਿ ਅਸੀਂ ਹੁਣ 2f ਤੋਂ ਥੋੜਾ ਜਿਹਾ ਅੱਗੇ ਸ਼ਿਫਟ ਕਰ ਦਿੱਤਾ ਤਾਂ ਇੱਧਰ ਵੀ ਇਮੇਜ ਥੋੜੀ ਜਿਹੀ ਪਿੱਛੇ ਨੂੰ ਸ਼ਿਫਟ ਹੋ ਜਾਣੀ, ਪਿੱਛੇ ਚੱਲ ਜਾਣੀ. ਇੱਧਰੋਂ ਵੀ ਅਸੀਂ ਇੱਧਰ ਨੂੰ ਲੈ ਆਏ ਔਰ ਇੱਧਰ ਵੀ ਪਿੱਛੇ ਵੱਲ ਨੂੰ ਚਲੀ ਜਾਏਗੀ. ਸੋ ਧਿਆਨ ਨਾਲ ਹੁਣ ਆਪਣੀ ਡਾਇਗਰਾਮ ਦੇਖੋ ਕੀ ਹੋਏਗਾ. ਅਸੀਂ f1 ਔਰ 2f1 ਦੇ ਵਿਚਕਾਰ ਰੱਖ ਦਿੱਤਾ. ਇੱਕ ਜਿਹੜਾ ਸੈਂਟਰ ਵਿੱਚੋਂ ਉਹ 'ਚੋਂ ਜਾਏਗਾ, ਕਿਸੇ ਪਾਸੇ ਵਾਲਾ ਇਹ ਰੇ ਆਫ ਲਾਈਟ ਨਹੀਂ ਕਿਸੇ ਪਾਸੇ ਵੀ ਬੈਂਡ ਹੁੰਦੀ. ਸਕੇਲ ਰੱਖੋ, ਬਿਲਕੁਲ ਸਿੱਧੀ ਲਾਈਨ ਡਰਾ ਕਰ ਦਿਓ. ਇੱਕ ਰੇ ਆਫ ਲਾਈਟ ਇਸ ਤਰੀਕੇ ਨਾਲ ਜਾਏਗੀ, ਹਮੇਸ਼ਾ ਹੀ ਜਿਹੜੀ ਬਿਲਕੁਲ ਸਿੱਧੀ ਲਾਈਨਾਂ ਦੀ ਫੋਕਸ 'ਚੋਂ ਪਾਸ ਹੋ ਕੇ ਜਾਂਦੀ, ਫੋਕਸ 'ਚੋਂ ਪਾਸ ਹੋ ਕੇ ਗਈ ਤਾਂ ਇੱਥੇ ਜਾ ਕੇ ਤੁਹਾਡੀ ਇਮੇਜ ਬਣ ਗਈ. ਕਲੀਅਰ ਹੋ ਗਿਆ? ਹੁਣ ਧਿਆਨ ਨਾਲ ਦੇਖੋ, ਆਬਜੈਕਟ ਦੇ ਨਾਲੋਂ ਇਮੇਜ ਵੱਡੀ ਬਣੀ ਆ, ਸੋ ਅਸੀਂ ਲਿਖ ਦਿੱਤਾ ਇਨਲਾਰਜ. ਕਿੱਥੇ ਰੱਖੀ ਸੀ? f1 ਐਂਡ 2f1 ਦੇ ਵਿਚਕਾਰ. ਇਮੇਜ ਤੁਹਾਡੀ ਕਿੱਥੋਂ ਬਣੀ ਆ? 2f ਤੋਂ ਪਿੱਛੇ, ਬਿਯੋਂਡ 2f. ਵੱਡੀ ਬਣੀ ਆ ਤਾਂ ਇਨਲਾਰਜ, ਉਧਰਲੇ ਪਾਸੇ ਬਣੀ ਆ ਮਤਲਬ ਇੱਧਰ ਪੋਜ਼ਿਟਿਵ ਵਾਲੇ ਪਾਸੇ ਬਣੀ ਆ ਤਾਂ ਰੀਅਲ, ਉਲਟੀ ਬਣੀ ਆ ਤਾਂ ਇਨਵਰਟਿਡ. ਕਲੀਅਰ ਹੋ ਗਿਆ? ਅਗਲਾ ਕੇਸ ਦੇਖੋ ਬੱਚੇ. ਹੁਣ ਅਸੀਂ ਕੀ ਕੀਤਾ? ਉਹੀ ਆਬਜੈਕਟ ਨੂੰ ਉਠਾਇਆ ਔਰ ਫੋਕਸ ਦੇ ਬਿਲਕੁਲ ਉੱਪਰ ਰੱਖ ਦਿੱਤਾ. ਧਿਆਨ ਨਾਲ ਦੇਖੋ,
ਹੌਲੀ ਹੌਲੀ ਅਸੀਂ ਸ਼ਿਫਟ ਕਰ ਰਹੇ ਹਾਂ ਅੱਗੇ ਵਾਲੇ ਪਾਸੇ ਨੂੰ। ਪਹਿਲਾਂ ਅਸੀਂ 2F ਤੇ ਰੱਖਿਆ ਸੀ, ਫਿਰ F, ਦੋਨਾਂ F ਦੇ ਵਿਚਕਾਰ ਰੱਖ ਦਿੱਤਾ। ਹੁਣ ਅਸੀਂ ਬਿਲਕੁਲ F ਦੇ ਉੱਪਰ ਰੱਖਣ ਲੱਗੇ ਹਾਂ ਅਗਲੇ ਕੇਸ ਦੇ ਵਿੱਚ। ਜਦੋਂ F ਤੇ ਰੱਖਾਂਗੇ ਤਾਂ ਹਮੇਸ਼ਾ ਹੀ ਇਨਫਿਨਿਟੀ ਤੇ ਬਣਦੀ ਆ ਰੇਜ਼ ਆਫ ਲਾਈਟ। ਇੱਕ ਤਾਂ ਉਹ ਚੋਂ ਪਾਸ ਹੋ ਕੇ ਜਾ ਰਹੀ ਆ ਜਿਹੜੀ ਕਿ ਕਿਸੇ ਪਾਸੇ ਨੂੰ ਬੈਂਡ ਨਹੀਂ ਹੁੰਦੀ, ਇੱਕ ਬਿਲਕੁਲ ਸਟ੍ਰੇਟ, ਤਾਂ ਇਹ ਵੀ ਬਿਲਕੁਲ ਪੈਰਲਲ ਜਾਏਗੀ। ਆ ਦੋਨੋਂ ਲਾਈਨਸ ਬਿਲਕੁਲ ਪੈਰਲਲ ਹੋਣਗੀਆਂ, ਮਤਲਬ ਇਨਫਿਨਿਟੀ ਤੇ ਬਣੇਗੀ ਤਾਂ ਬਹੁਤ ਵੱਡੀ ਇਮੇਜ ਬਣੂਗੀ। ਇਹਦਾ ਮਤਲਬ ਹਾਈਲੀ ਇਨਲਾਰਜ, ਵੱਡੀ ਬਣੇਗੀ। ਬੱਚੇ ਤੁਹਾਡੀ ਦੂਸਰੇ ਪਾਸੇ ਜਾ ਕੇ ਇਮੇਜ ਬਣੀ ਹੈ ਤਾਂ ਰੀਅਲ ਹੋਏਗੀ, ਇਨਵਰਟਡ ਮਤਲਬ ਉਲਟੀ ਹੋਏਗੀ। ਕਲੀਅਰ ਹੋ ਗਿਆ। ਇਸ ਕਨਵੈਕਸ ਲੈਂਸ ਦਾ ਲਾਸਟ ਕੇਸ ਆ ਬੱਚੇ, ਜਦੋਂ ਤੁਸੀਂ ਹੁਣ F ਤੇ O ਦੇ ਵਿਚਕਾਰ ਰੱਖੋਗੇ ਆਬਜੈਕਟ ਨੂੰ। ਆ ਰੱਖ ਦਿੱਤਾ F ਔਰ O ਦੇ ਵਿਚਕਾਰ ਰੱਖ ਦਿੱਤਾ ਤੁਸੀਂ ਆਬਜੈਕਟ ਨੂੰ। ਹੁਣ ਦੇਖੋ ਇੱਕ ਰੇ ਆਫ ਲਾਈਟ ਬਿਲਕੁਲ ਸੈਂਟਰ 'ਚ ਜਾਏਗੀ O ਤੋਂ, ਇੱਕ ਇੱਥੋਂ ਗਈ ਤੇ ਇਸ ਤਰੀਕੇ ਨਾਲ ਹੋ ਗਿਆ, ਮਤਲਬ ਦੋਨੋਂ ਰੇਜ਼ ਆਫ ਲਾਈਟ ਦੂਰ ਦੂਰ ਖਿਲ ਰਹੀਆਂ ਤਾਂ ਕਿਸੇ ਪਾਸੇ ਵੀ ਇਮੇਜ ਨਹੀਂ ਬਣੂਗੀ। ਅਸੀਂ ਇਹੀ ਰੇਜ਼ ਆਫ ਲਾਈਟ ਨੂੰ ਪਿੱਛੇ ਵੱਲ ਇਨਕਰੀਜ਼ ਕਰ ਦਿੱਤਾ। ਜਦੋਂ ਪਿੱਛੇ ਵੱਲ ਇਨਕਰੀਜ਼ ਕੀਤਾ ਤੇ ਇੱਥੇ ਇਮੇਜ ਬਣ ਜੂਗੀ। ਹੁਣ ਦੇਖਣ 'ਚ ਹੀ ਪਤਾ ਲੱਗਦਾ ਵੀ ਆਬਜੈਕਟ ਨਾਲੋਂ ਵੱਡੀ ਆ, ਇਨਲਾਰਜ ਇਮੇਜ ਆ, ਕਿਉਂਕਿ ਸੇਮ ਸਾਈਡ ਤੇ ਆ, ਮਤਲਬ ਝੂਠੀ ਮੂਠੀ ਇਮੇਜ ਬਣੀ ਆ, ਵਰਚੁਅਲ ਆ। ਪ੍ਰਿੰਸੀਪਲ ਐਕਸਿਸ ਦੇ ਉੱਪਰ ਆ ਤਾਂ ਇਰੈਕਟ ਮਤਲਬ ਸਿੱਧੀ ਬਣੀ ਆ। ਕਲੀਅਰ ਹੋ ਗਿਆ। ਸੋ ਵਰਚੁਅਲ ਆ ਔਰ ਸਿੱਧੀ ਇਮੇਜ ਬਣੀ ਆ। ਕਲੀਅਰ ਹੋ ਗਿਆ ਬੱਚੇ। ਸਾਡੇ 6 ਕੇਸ ਸੀਗੇ ਜੋ ਸਾਡੇ ਪੰਜਾਬ ਬੋਰਡ ਦੇ ਵਿੱਚ ਪੁੱਛ ਲਏ ਜਾਂਦੇ ਆ। ਐਕਚੁਅਲੀ ਇਹਦੇ ਬੱਚੇ ਨੂਮੈਰੀਕਲਸ ਜ਼ਿਆਦਾ ਇੰਪੋਰਟੈਂਟ ਆ, ਡਾਇਗਰਾਮਸ ਇਹਦੀਆਂ ਘੱਟ ਇੰਪੋਰਟੈਂਟ ਆ। ਜਿਹੜਾ ਤੁਹਾਡਾ ਮਿਰਰਸ ਆ, ਮਿਰਰਸ ਜ਼ਿਆਦਾ ਇੰਪੋਰਟੈਂਟ ਆ ਡਾਇਗਰਾਮਸ। ਸੋ ਜ਼ਿਆਦਾ ਜਿਹੜੀਆਂ ਡਾਇਗਰਾਮਸ ਆ ਤੁਸੀਂ ਮਿਰਰ ਵਾਲੇ ਤੇ ਫੋਕਸ ਕਰਨਾ ਆ, ਇੱਕ ਵਾਰੀ ਚੰਗੀ ਤਰ੍ਹਾਂ ਤੁਸੀਂ। ਬੱਚੇ ਨੈਕਸਟ ਕੇਸ ਦੇਖੋ, ਇਮੇਜ ਫਾਰਮੇਸ਼ਨ ਬਾਈ ਕਨਕੇਵ ਲੈਂਸ। ਹੁਣ ਅਸੀਂ ਕਨਕੇਵ ਲੈਂਸ ਦੇ ਥਰੂ ਕਰਨ ਲੱਗੇ ਹਾਂ। ਕਨਕੇਵ ਲੈਂਸ ਕਿਹੜਾ ਹੁੰਦਾ? ਜਿਹੜਾ ਸੈਂਟਰ ਦੇ ਵਿੱਚੋਂ ਪਤਲਾ ਤੇ ਐਜਿਸ ਤੋਂ ਮੋਟਾ ਹੁੰਦਾ ਆ। ਠੀਕ ਆ, ਇਹ ਕੀ ਆ ਤੁਹਾਡਾ? ਕਨਕੇਵ ਲੈਂਸ ਆ। ਸੋ ਕਨਕੇਵ ਲੈਂਸ ਦੇ ਵਿੱਚ ਕਦੇ ਵੀ ਰੀਅਲ ਇਮੇਜ ਨਹੀਂ ਬਣਦੀ। ਸੋ ਅਗਰ ਰੀਅਲ ਇਮੇਜ ਨਹੀਂ ਬਣੂਗੀ ਇਹਦਾ ਮਤਲਬ ਵਰਚੁਅਲ ਦੇ ਹੀ ਕੇਸ ਆਣਗੇ। ਸੋ ਵਰਚੁਅਲ ਦੇ ਸਿਰਫ 2 ਕੇਸ ਆ। ਠੀਕ ਆ, ਜਿੱਦਾਂ ਕਨਵੈਕਸ ਦੇ ਵਿੱਚ 6 ਕੇਸ ਸੀਗੇ ਤਾਂ ਕਨਕੇਵ ਵਿੱਚ ਸਿਰਫ 2 ਕੇਸ ਆ। ਫਸਟ ਕੇਸ ਕੀ ਆ? ਜਦੋਂ ਇਨਫਿਨਿਟੀ ਤੋਂ ਰੇਜ਼ ਆ ਰਹੀਆਂ, ਇਨਫਿਨਿਟੀ ਤੋਂ ਰੇਜ਼ ਆ ਰਹੀਆਂ ਕਿਉਂਕਿ ਬੱਚੇ ਡਾਈਵਰਜਿੰਗ ਲੈਂਸ ਆ। ਡਾਈਵਰਜਿੰਗ ਲੈਂਸ ਕੀ ਹੁੰਦਾ? ਜਿਹੜਾ ਰੇਜ਼ ਆਫ ਲਾਈਟ ਨੂੰ ਖਿਲਾਰ ਦਿੰਦਾ। ਇਹਦਾ ਮਤਲਬ ਬਾਹਰ ਵਾਲੇ ਪਾਸੇ ਨੂੰ ਰੇਜ਼ ਆਫ ਲਾਈਟ ਖਿਲਰ ਗਈਆਂ ਤਾਂ ਇਮੇਜ ਕਿਸੇ ਪਾਸੇ ਨਹੀਂ ਬਣੀ। ਅਸੀਂ ਕੀ ਕੀਤਾ? ਆਹੀ ਰੇਜ਼ ਆਫ ਲਾਈਟ ਨੂੰ ਪਿੱਛੇ ਵੱਲ ਇਨਕਰੀਜ਼ ਕਰ ਦਿੱਤਾ। ਜਦੋਂ ਪਿੱਛੇ ਵੱਲ ਇਨਕਰੀਜ਼ ਕਰਾਂਗੇ ਤਾਂ ਸਾਡੀ ਇਮੇਜ ਫੋਕਸ ਦੇ ਉੱਪਰ ਬਣੂਗੀ, ਬਹੁਤ ਜ਼ਿਆਦਾ ਛੋਟੀ ਬਣੂਗੀ ਕਿਉਂਕਿ ਇਨਫਿਨਿਟੀ ਤੋਂ ਰੇਜ਼ ਆ ਰਹੀਆਂ ਸੀ ਤਾਂ ਉਹਦੀ ਇਮੇਜ ਜਿਹੜੀ ਬਣੂਗੀ ਉਹ ਕੀ ਹੋਏਗੀ? ਸਮੌਲ ਹੋਏਗੀ। ਸੋ ਕੀ ਆ? ਹਾਈਲੀ ਡਿਮਨਿਸ਼ਡ। ਹਾਈਲੀ ਡਿਮਨਿਸ਼ਡ ਮਤਲਬ ਸਮੌਲ ਇਮੇਜ ਬਣੇਗੀ ਕਿਉਂਕਿ ਝੂਠੀ ਮੂਠੀ ਬਣੀ, ਅਸੀਂ ਖੁਦ ਬਣਾਈ ਆ ਰੇਜ਼ ਆਫ ਲਾਈਟ ਨੂੰ, ਖੁਦ ਪਿੱਛੇ ਵੱਲ ਕਰਕੇ ਬਣਾਈ ਆ ਇਨਕਰੀਜ਼ ਕਰਕੇ। ਸੋ ਵਰਚੁਅਲ ਇਮੇਜ ਆ, ਝੂਠੀ ਮੂਠੀ ਆ। ਸਿੱਧੀ ਬਣੂਗੀ, ਇਰੈਕਟ ਇਮੇਜ ਹੋਏਗੀ। ਠੀਕ ਹੈ। ਨੈਕਸਟ ਕੇਸ ਦੇਖੋ, ਜਦੋਂ ਅਸੀਂ 2F ਔਰ F ਦੇ ਵਿਚਕਾਰ ਆਬਜੈਕਟ ਰੱਖਿਆ, ਇੱਥੇ ਇੱਕ ਰੇ ਆਫ ਲਾਈਟ ਬਿਲਕੁਲ ਸਟ੍ਰੇਟ ਜਾਏਗੀ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ। ਸੋ ਇਹਨੇ ਰੇਜ਼ ਆਫ ਲਾਈਟ ਨੂੰ ਬਾਹਰ ਵਾਲੇ ਪਾਸੇ ਨੂੰ ਖਿਲਾਰਤਾ, ਬਾਹਰ ਵਾਲੇ ਪਾਸੇ ਨੂੰ ਚਲੇ ਗਈਆਂ ਰੇਜ਼ ਆਫ ਲਾਈਟ। ਠੀਕ ਹੈ। ਸੋ ਇੱਕ ਰੇ ਆਫ ਲਾਈਟ ਕਿੱਧਰ ਨੂੰ ਜਾਏਗੀ? ਬਿਲਕੁਲ ਸੈਂਟਰ 'ਚ, ਇਸ ਤਰੀਕੇ ਨਾਲ। ਹੁਣ ਦੇਖੋ ਧਿਆਨ ਨਾਲ, ਇੱਕ ਰੇ ਆਫ ਲਾਈਟ ਇੱਧਰ ਚਲੇ ਗਈ, ਇੱਕ ਉੱਪਰ ਚਲੇ ਗਈ, ਫਿਰ ਨਹੀਂ ਕਿਤੇ ਇਮੇਜ ਬਣੀ। ਅਸੀਂ ਕੀ ਕੀਤਾ? ਉੱਪਰ ਵਾਲੀ ਰੇਜ਼ ਆਫ ਲਾਈਟ ਨੂੰ ਹੀ ਪਿੱਛੇ ਵੱਲ ਇਨਕਰੀਜ਼ ਕਰ ਦਿੱਤਾ ਤਾਂ ਦੋਨੋਂ ਇੱਕ ਪੁਆਇੰਟ ਦੇ ਉੱਤੇ ਰੇਜ਼ ਆਫ ਲਾਈਟ ਮੀਟ ਕਰ ਰਹੀਆਂ। ਇਹਦਾ ਮਤਲਬ ਇੱਥੇ ਜਾ ਕੇ ਤੁਹਾਡੀ ਇਮੇਜ ਬਣ ਜਾਏਗੀ। ਠੀਕ ਹੈ। ਸੋ ਇੱਕ ਛੋਟੀ ਜਿਹੀ ਇਮੇਜ ਬਣ ਗਈ A' B'। ਕਲੀਅਰ ਹੋ ਗਿਆ। ਸੋ ਸਾਨੂੰ ਦਿਖ ਰਹੀ ਆ ਵੱਡਾ ਆਬਜੈਕਟ ਤੇ ਇਮੇਜ ਛੋਟੀ ਆ। ਇਹਦਾ ਮਤਲਬ ਡਿਮਨਿਸ਼ ਮਤਲਬ ਸਮੌਲ ਬਣੇਗੀ। ਤੁਹਾਡੀ ਇਮੇਜ ਕਿੱਦਾਂ ਦੀ ਹੋਏਗੀ? ਸਮੌਲ ਹੈ। ਝੂਠੀ ਮੂਠੀ ਬਣੀ ਆ ਮਤਲਬ ਵਰਚੁਅਲ ਆ, ਸਿੱਧੀ ਬਣੀ ਆ ਮਤਲਬ ਇਰੈਕਟ ਆ। ਕਲੀਅਰ ਹੋ ਗਿਆ ਬੱਚੇ। ਕਨਕੇਵ ਲੈਂਸ ਦੀਆਂ 2 ਕੇਸਿਸ ਸੀ ਕਿਉਂਕਿ ਇਹਦੇ ਵਿੱਚ ਰੀਅਲ ਕੇਸ ਹੀ ਨਹੀਂ ਬਣਦਾ। ਨੈਕਸਟ ਦੇਖੋ, ਕਾਰਟੀਜ਼ੀਅਨ ਸਾਈਨ ਕਨਵੈਨਸ਼ਨਸ। ਸਾਈਨ ਕਨਵੈਨਸ਼ਨਸ ਮਤਲਬ ਤੁਸੀਂ U ਨੂੰ ਕਿੱਦਾਂ ਦਾ ਲੈਣਾ, V ਕਿੱਦਾਂ ਦਾ ਹੋਏਗਾ, ਫੋਕਸ ਤੁਹਾਡਾ ਕਿੱਦਾਂ ਦਾ ਹੋਏਗਾ, ਪੋਜ਼ਿਟਿਵ ਆ ਕਿ ਨੈਗੇਟਿਵ ਆ। ਜਿੱਦਾਂ ਅਸੀਂ ਮਿਰਰ ਦੇ ਵਿੱਚ ਕੀਤਾ ਸੀ ਬੱਚੇ, ਸੇਮ ਟੂ ਸੇਮ ਅਸੀਂ ਲੈਂਸਿਸ ਦੇ ਵਿੱਚ ਕਰਨ ਲੱਗੇ ਹਾਂ। ਸੋ ਸਭ ਤੋਂ ਪਹਿਲਾਂ ਇੱਕ ਲੈਂਸ ਡਰॉ ਕਰ ਲਓ। ਠੀਕ ਆ, ਚਾਹੇ ਕਨਕੇਵ ਲੈਂਸ ਆ ਚਾਹੇ ਕਨਵੈਕਸ ਲੈਂਸ ਆ। ਠੀਕ ਆ, ਇਸ ਤਰੀਕੇ ਨਾਲ ਇੱਕ ਲੈਂਸ ਡਰॉ ਕੀਤਾ। ਸੋ ਇੱਧਰ ਕਿਤੇ ਤੁਸੀਂ ਆਬਜੈਕਟ ਰੱਖਿਆ ਹੋਇਆ, ਜੇ ਪ੍ਰਿੰਸੀਪਲ ਐਕਸਿਸ ਦੇ ਉੱਪਰ ਆ ਤਾਂ ਉਹ ਕੀ ਹੋਊਗਾ? ਪੋਜ਼ਿਟਿਵ। ਅਗਰ ਪ੍ਰਿੰਸੀਪਲ ਐਕਸਿਸ ਦੇ ਨੀਚੇ ਆ, ਠੀਕ ਆ, ਤਾਂ ਇਮੇਜ ਤੁਹਾਡੀ ਕਿੱਦਾਂ ਦੀ ਬਣੂਗੀ? ਨੈਗੇਟਿਵ। ਕਲੀਅਰ ਹੋ ਗਿਆ। ਜੇ ਪ੍ਰਿੰਸੀਪਲ ਐਕਸਿਸ ਦੇ ਉੱਪਰ ਆ ਇਮੇਜ ਤਾਂ ਉਹ ਵੀ ਪੋਜ਼ਿਟਿਵ ਹੀ ਹੋਏਗੀ। ਸੋ ਇਹਦੇ ਕੁਝ ਰੂਲਸ ਆ। ਸੋ ਆਪਾਂ ਰੂਲਸ 1 ਬਾਏ 1 ਪੜ੍ਹਨ ਜਾ ਰਹੇ ਹਾਂ। ਆਲ ਦ ਡਿਸਟੈਂਸਿਸ ਆਰ ਮੈਜਰਡ ਫਰੋਮ ਆਪਟੀਕਲ ਸੈਂਟਰ O।
ठीक है। सारे दी सारी डिस्टेंस असी O तो मैजर करते हैं, जिद्दां बच्चे आपां मिरर दे विच कीता सी, सारे दी सारी डिस्टेंसिस असी पोल तो मैजर करते सी। इत्थे लेंस आ, लेंस दी सारी डिस्टेंस असी O तो सेंटर वाले पॉइंट तो मैजर करते हैं। Second देखो, the distances measured in the same direction as the incident light are taken as positive। या सिंपल भाषा च कहना, जिधरले पासे ऑब्जेक्ट पिया हुंदा वो वाला सारे दा सारा पासा की हुंदा आ नेगेटिव। क्लीयर हो गया। उस तो ऑपोजिट साइड, अगर असी ऑपोजिट साइड लैने इंसीडेंट दे, दे आर टेकन एज नेगेटिव। इसका मतलब जे इधरले पासे इमेज बन गई या फोकस बन गया, वाला पासा हमेशा की हुंदा आ पॉजिटिव। क्लीयर हो गया। सो सिंपल याद रखना, लैफ्ट साइड ते जो भी कोई पिया होगा नेगेटिव आ, अगर राइट साइड ते कुछ भी पिया तो की होगा पॉजिटिव। अगे तो देख लो, अगर अपवर्ड डायरैक्शन दे विच प्रिंसीपल एक्सिस के उपर अपवर्ड आ तो टेकन एज पॉजिटिव। इसका मतलब चाहे ऑब्जेक्ट इधर होवे, चाहे इमेज इस तरीके ना बनी होवे, जे तो प्रिंसीपल एक्सिस के उपर आ तो पॉजिटिव होएगा। ठीक है। जे प्रिंसीपल एक्सिस से नीचे बन गई डायग्राम, इमेज नीचे बन गई तो की होएगी नेगेटिव। दे आर टेकन एज नेगेटिव विच इज़ इन डाउनवर्ड डायरैक्शन। क्लीयर हो गया बच्चे। ये 5 साइन कन्वेंशन का ध्यान ना याद कर लेना। सारी दी सारी डिस्टेंसिस असी O तो लैनी आ। अगर लैफ्ट हैंड साइड ते आ तो टेकन एज नेगेटिव, अगर राइट हैंड साइड ते आ तो टेकन एज पॉजिटिव, अगर प्रिंसीपल एक्सिस के उपर आ तो टेकन एज पॉजिटिव, अगर प्रिंसीपल एक्सिस के नीचे आ तो टेकन एज नेगेटिव। ठीक है। 5 ही रूल आ। सो ध्यान नाल समझ के नैक्सट करते हैं लेंस फॉर्मूला की आ। हुण देखो बच्चे, लेंस फॉर्मूला की आ, distance of an object from the optical center of the lens is known as objective distance। मतलब आ वाला थोड़ा लेंस आ, लेंस तो आ रहा O, मान लो असीं इत्थे ऑब्जेक्ट रखिया, ठीक है, ऑब्जेक्ट तो लैके डिस्टेंस O तक दी जो डिस्टेंस होएगी विच इज़ टेकन एज U, which is denoted by U। Distance of image from the optical center, optical center कौन है? O of the lens is known as image distance। जिथे भी जाके थोड़ी इमेज बनी, मान लो इत्थे जाके थोड़ी इमेज बनी, सेंटर O तो लैके इमेज तक दी दूरी नूं असीं काहदे नाल डिनोट करदे हां? V दे नाल। ठीक है। सो रिलेशन की होएगा, फोकस F U और V ਦੇ ਵਿਚਕਾਰਲੇ ਜਿਹੜਾ ਰਿਲੇਸ਼ਨ ਬਣਦਾ ਉਸੇ ਉਹਨੂੰ ਬੋਲਦੇ ਆ ਲੈਂਸ ਫਾਰਮੂਲਾ। ਸੋ ਲੈਂਸ ਫਾਰਮੂਲਾ ਕੀ ਹੁੰਦਾ ਆ? 1/v minus 1/u plus is equals to 1/f। ਜਾਂ ਇਹਨੂੰ ਇਸ ਤਰੀਕੇ ਨਾਲ ਵੀ ਲਿਖਿਆ ਜਾ ਸਕਦਾ, minus 1/u plus 1/v is equals to 1/f। ਬੱਚੇ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ, ਇੰਪੋਰਟੈਂਟ ਆ, ਇਹਦੇ ਨਾਲ ਦੇ ਨੂਮੈਰੀਕਲਸ ਆ ਜਾਂਦੇ ਆ ਤੁਹਾਨੂੰ ਐਗਜ਼ਾਮ ਦੇ ਵਿੱਚ। ठीक है। सो इनू बोलते हैं लेंस फॉर्मूला। सो दिस इज़ द लेंस फॉर्मूला। सो बेसिकली आ पूरे पेज के विचों तुसीं सिर्फ इन्नी ही टर्म लर्न करनी है जो तुहाडे एग्जाम दे विच पूछी जाती है। सो नैक्सट आ मैगनीफिकेशन प्रोड्यूस्ड बाय अ लेंस। सो मैगनीफिकेशन किद्दां होएगी? सो सेम आ बच्चे जिद्दां आपां मिरर दे विच कीता सी, इट इज़ द रेशो ऑफ size of image to the size of object is known as magnification। सो ਉਹਨੂੰ मैगनीफिकेशन कह दिंदे आ। सो ਅਸੀਂ ਲਿਖਾਂਗੇ height of image divided by height of object। ਹਾਈਟ ਆਫ ਇਮੇਜ ਨੂੰ I ਨਾਲ ਡਿਨੋਟ ਕਰਦੇ ਆ ਤੇ ਆਬਜੈਕਟ ਨੂੰ O ਦੇ ਨਾਲ। ਜੇ ਤੁਸੀਂ I/O ਲਿਖਣਾ ਤਾਂ I/O ਲਿਖ ਲਓ, ਅਗਰ ਤੁਸੀਂ ਅਕੋਰਡਿੰਗ ਟੂ ਬੁੱਕ ਲਿਖਣਾ ਤਾਂ H'/H ਲਿਖ ਲਓ। ठीक है। मतलब इमेज की हाइट ਨੂੰ ਅਸੀਂ H' ਨਾਲ ਡਿਨੋਟ ਕਰਦੇ ਹਾਂ ਤੇ ਆਬਜੈਕਟ ਨੂੰ H ਦੇ ਨਾਲ। ਸੋ ਆ ਜਾਏਗਾ H' ਡਿਵਾਈਡਡ ਬਾਈ H। ਸੋ ਆ ਗਈ ਤੁਹਾਡੀ ਮੈਗਨੀਫਿਕੇਸ਼ਨ। ਸੋ ਮੈਗਨੀਫਿਕੇਸ਼ਨ ਨੂੰ ਦੂਸਰੀ U ਔਰ V ਦੀ ਫਾਰਮ ਦੇ ਵਿੱਚ ਕਿੱਦਾਂ ਲਿਖਦੇ ਆ? M is equals to H'/H is equals to V/U। ਬੱਚੇ ਆ ਕਿਹਦੀ ਆ? ਲੈਂਸ ਦੀ ਮੈਗਨੀਫਿਕੇਸ਼ਨ। ਅਗਰ ਤੁਸੀਂ ਮਿਰਰ ਦੀ ਮੈਗਨੀਫਿਕੇਸ਼ਨ ਤੁਹਾਨੂੰ ਯਾਦ ਹੋਏਗੀ, M is equals to H'/H is equals to minus V/U ਸੀ। ਉੱਥੇ ਮਾਈਨਸ ਆਂਦਾ ਸੀ ਮਿਰਰ ਦੇ ਕੇਸ ਦੇ ਵਿੱਚ। ਅਗਰ ਲੈਂਸ ਆ ਤਾਂ ਸਾਰੇ ਦੀ ਸਾਰੀ ਟਰਮਸ ਪੋਜ਼ਿਟਿਵ ਹੁੰਦੀਆਂ। ਧਿਆਨ ਰੱਖਣਾ ਬੱਚੇ, ਕਨਫਿਊਜ਼ ਨਹੀਂ ਹੋਣਾ, ਨਹੀਂ ਤਾਂ ਬੱਚੇ ਕਨਫਿਊਜ਼ ਹੋ ਜਾਂਦੇ, ਮੈਮ ਮਾਈਨਸ ਕਦੋਂ ਲੈ ਰਹੇ ਹਾਂ ਤਾਂ ਪੋਜ਼ਿਟਿਵ ਕਦੋਂ ਲੈ ਰਹੇ ਹਾਂ। ਠੀਕ ਬੱਚੇ, NCERT ਦੀ ਬੁੱਕ ਪੇਜ ਨੰਬਰ 186 ਤੇ ਇੱਕ ਕੁਐਸਚਨ ਗਿਵਨ ਹੈ, ਐਨ
वन हाफ ऑफ कन्वैक्स लेंस इज कवर्ड विद अ ब्लैक पेपर। ठीक है, सब तो पहले ਅਸੀਂ ਇੱਕ ਕਨਵੈਕਸ ਲੈਂਸ ਲਿੱਤਾ, ਧਿਆਨ ਨਾਲ ਡਾਇਗਰਾਮ ਦੇਖੋ, ਔਰ ਉਹਨੂੰ ਬਲੈਕ ਪੇਪਰ ਦੇ ਨਾਲ, ਜਿੱਥੇ ਆ ਇਸ ਤਰ੍ਹਾਂ ਨਾਲ ਲਾਈਨਸ ਲਗਾਈਆਂ ਹੋਈਆਂ, ਮਤਲਬ ਆਪਾਂ ਇੰਨੇ ਕੁ ਪੋਰਸ਼ਨ ਨੂੰ ਬਲੈਕ ਪੇਪਰ ਦੇ ਨਾਲ ਢੱਕ ਦਿੱਤਾ। ਵਿਲ ਦ ਲੈਂਸ ਪ੍ਰੋਡਿਊਸ ਅ ਕੰਪਲੀਟ ਇਮੇਜ ਆਫ ਦਾ ਆਬਜੈਕਟ, ਕੀ ਉਹ ਕੰਪਲੀਟ ਇਮੇਜ ਜਿਹੜੀ ਆ ਪ੍ਰੋਡਿਊਸ ਕਰ ਪਾਏਗਾ? ਬੱਚੇ ਡੈਫੀਨੇਟਲੀ ਕਰ ਪਾਏਗਾ, ਕਿਉਂਕਿ ਪੇਪਰ ਦੇ ਵਿੱਚੋਂ ਰੇਜ਼ ਆਫ ਲਾਈਟ ਜਿਹੜੀਆਂ ਪਾਸ ਹੋ ਜਾਣਗੀਆਂ। ਠੀਕ ਹੈ, ਇਸ ਤਰੀਕੇ ਨਾਲ। ਸੋ ਆ ਉੱਪਰ ਵਾਲੀਆਂ ਰੇਜ਼ ਆਫ ਲਾਈਟ ਤਾਂ ਕਲੀਅਰਲੀ ਪਾਸ ਹੋਣਗੀਆਂ, ਨੀਚੇ ਵਾਲੀਆਂ ਧੁੰਦਲੀਆਂ ਪਾਸ ਹੋਣਗੀਆਂ, ਸਾਰੀ ਸਾਰੀ ਚਾਹੇ ਨਹੀਂ ਹੋਏਗੀ, ਪਰ ਕੁਛ ਰੇਜ਼ ਜਿਹੜੀਆਂ ਕਹਿ ਲਓ ਹਲਕੀਆਂ ਫੁਲਕੀਆਂ ਪਾਸ ਹੋ ਜਾਣਗੀਆਂ, ਬਟ ਉੱਪਰਲੀਆਂ ਜਿਹੜੀਆਂ ਐਗਜ਼ੈਕਟ ਕਲੀਅਰ ਪਾਸ ਹੋ ਰਹੀਆਂ, ਸੋ ਤੁਹਾਡੀ ਇਮੇਜ ਜਿਹੜੀ ਆ ਬਣੇਗੀ। ਠੀਕ ਹੈ, ਸੋ ਆਨਸਰ ਲਿਖਾਂਗੇ ਯੈਸ ਇਟ ਵਿਲ ਪ੍ਰੋਡਿਊਸ ਅ ਕੰਪਲੀਟ ਇਮੇਜ ਆਫ ਦਾ ਆਬਜੈਕਟ। ਇਹਦਾ ਮਤਲਬ ਆਬਜੈਕਟ ਦੀ ਇਮੇਜ ਬਣੇਗੀ। ਵੈਰੀਫਾਈ ਯੂਰ ਆਨਸਰ ਐਕਸਪੈਰੀਮੈਂਟਲੀ। ਸੋ ਆਪਾਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਕੇ ਦਿਖਾਉਣਾ ਆ ਤਾਂ ਇਮੇਜ ਪ੍ਰੋਡਿਊਸ ਕਰਨੀ ਆ। ਸੋ ਆਪਾਂ ਇਸ ਤਰੀਕੇ ਨਾਲ ਇੱਕ ਡਾਇਗਰਾਮ ਡਰਾ ਕਰਕੇ ਦਿਖਾ ਦਿੱਤੀ, ਉੱਤੇ ਬਲੈਕ ਕੱਪੜਾ ਦੇ ਕੇ ਦਿਖਾਤਾ ਕਿ ਇਸ ਤਰੀਕੇ ਨਾਲ ਜਿਹੜੀ ਆ ਉਹ ਇਮੇਜ ਪ੍ਰੋਡਿਊਸ ਹੋ ਸਕਦੀ ਆ। ਐਕਸਪਲੇਨ ਯੂਰ ਆਬਜ਼ਰਵੇਸ਼ਨ, ਤਾਂ ਆਪਣੀ ਜੋ ਵੀ ਤੁਸੀਂ ਓਬਜ਼ਰਵ ਕੀਤਾ ਆ ਉਹਨੂੰ ਅਸੀਂ ਐਕਸਪਲੇਨ ਕਰਨਾ ਹੈ। ਸੋ ਐਕਸਪਲੇਨ ਕਿੱਦਾਂ ਕਰਾਂਗੇ? ਈਵਨ ਇਫ ਹਾਫ ਆਫ ਦਾ ਕਨਵੈਕਸ ਲੈਂਸ ਇਜ਼ ਕਵਰਡ ਵਿਦ ਅ ਬਲੈਕ ਪੇਪਰ, ਅਗਰ ਅਸੀਂ ਹਾਫ ਨੂੰ ਕਵਰ ਕਰ ਦਿੰਦੇ ਬਲੈਕ ਪੇਪਰ ਦੇ ਨਾਲ, ਦ ਲੈਂਸ ਵਿਲ ਪ੍ਰੋਡਿਊਸ ਅ ਕੰਪਲੀਟ ਇਮੇਜ, ਤਾਂ ਕੰਪਲੀਟ ਇਮੇਜ ਹੀ ਪ੍ਰੋਡਿਊਸ ਹੋਏਗੀ। ਹਾਊਐਵਰ ਦ ਇੰਟੈਂਸਿਟੀ ਆਫ ਇਮੇਜ ਮੇ ਬੀ ਲੈਸ, ਤਾਂ ਇੰਟੈਂਸਿਟੀ ਜਿਹੜੀ ਆ ਉਹਦੀ ਰੋਸ਼ਨੀ ਜਿਹੜੀ ਆ ਉਹ ਘੱਟ ਸਕਦੀ ਆ। ਠੀਕ ਆ, ਕਿਉਂਕਿ ਆਪਾਂ ਇੱਥੋਂ ਡਾਟਡ ਲਾਈਨਸ ਲਿੱਤੀ ਸੀ, ਇਹਦਾ ਮਤਲਬ ਇੰਟੈਂਸਿਟੀ ਜਿਹੜੀ ਆ ਉਹ ਘੱਟ ਸਕਦੀ ਆ। ਸੋ ਇਹ ਤੁਹਾਡੇ ਕੁਐਸਚਨ ਨੰਬਰ 9 ਦਾ ਆਨਸਰ ਸੀ। ਬੱਚੇ ਤੁਸੀਂ ਡਾਇਗਰਾਮ ਦੇ ਨਾਲ ਐਕਸਪਲੇਨ ਕਰਨਾ ਇਹਨੂੰ। ਠੀਕ ਹੈ ਬੱਚੇ, NCERT ਦਾ ਨੈਕਸਟ ਕੁਐਸਚਨ ਦੇਖੋ। An object 5 centimeter in length is held 25 centimeter away from a converging lens। ਇਹਦਾ ਮਤਲਬ ਲੈਂਥ ਗਿਵਨ ਆ, ਹਾਈਟ ਗਿਵਨ ਆ। ਸੋ ਅਸੀਂ ਕੀ ਕੀਤਾ, ਸਭ ਤੋਂ ਪਹਿਲਾਂ ਇੱਕ ਕਨਵੈਕਸ ਲੈਂਸ ਇਸ ਤਰੀਕੇ ਨਾਲ ਲੈ ਲਓ। ਠੀਕ ਹੈ, ਸੋ ਉਹਦੇ ਉੱਪਰ ਕੀ ਆ 25 ਸੈਂਟੀਮੀਟਰ, ਜਿਹੜਾ ਦੂਰ ਸੈਂਟਰ ਤੋਂ ਦੂਰੀ ਕਿੰਨੀ ਆ 25 ਸੈਂਟੀਮੀਟਰ, ਔਰ ਇਹਦੀ ਹਾਈਟ ਕਿੰਨੀ ਗਿਵਨ ਆ ਸਾਨੂੰ 5 ਸੈਂਟੀਮੀਟਰ। ਠੀਕ ਹੈ, ਮੰਨ ਲਿਆ ਇੰਨੀ ਜਿਹੜਾ ਆ ਆਬਜੈਕਟ ਆ ਆਬਜੈਕਟ ਸੀ ਤੁਹਾਡਾ ਬੱਚੇ, ਤੇ ਆ ਤੁਹਾਡਾ ਲੈਂਸ ਸੀ। ਲੈਂਸ ਤੇ ਆਬਜੈਕਟ ਦੇ ਵਿਚਕਾਰਲੀ ਡਿਸਟੈਂਸ ਕਿੰਨੀ ਆ 25 ਸੈਂਟੀਮੀਟਰ। ਕਨਵਰਜਿੰਗ ਲੈਂਸ ਆ, ਕਨਵਰਜਿੰਗ ਮਤਲਬ ਕਨਵੈਕਸ ਲੈਂਸ ਦੀ ਗੱਲ ਕੀਤੀ ਆ। ਠੀਕ ਆ, ਅਸੀਂ ਕਨਵੈਕਸ ਲੈਂਸ ਡਰਾ ਕਰ ਦਿੱਤਾ। ਆਫ ਫੋਕਲ ਲੈਂਥ 10 ਸੈਂਟੀਮੀਟਰ, ਔਰ ਇਹਦੀ ਫੋਕਲ ਲੈਂਥ ਕਿੰਨੀ ਆ 10 ਸੈਂਟੀਮੀਟਰ। ਇਹਦਾ ਮਤਲਬ ਇੱਥੇ ਕਿਤੇ ਹੋਏਗੀ ਫੋਕਲ ਲੈਂਥ। ਠੀਕ ਹੈ, ਸੋ ਇਹ ਕਿੰਨੀ ਹੋਏਗੀ 10। ਅਗਰ ਆ ਪੂਰਾ 25 ਸੀ ਤਾਂ ਬੱਚੇ 10 ਉਹ ਤੋਂ ਘੱਟ ਹੀ ਹੋਏਗਾ। ਠੀਕ ਆ, ਸੋ ਦੋਨਾਂ ਤਰਫ ਹੀ 10 ਹੋਏਗਾ। ਸੋ ਅਸੀਂ ਦੋਨਾਂ ਤਰਫ ਸੇਮ ਬਣਾ ਦਿੱਤਾ 10 ਸੈਂਟੀਮੀਟਰ। ਡਰਾ ਦ ਰੇ ਡਾਇਗਰਾਮ ਐਂਡ ਫਾਈਂਡ ਦ ਪੋਜੀਸ਼ਨ, ਸਾਈਜ਼ ਐਂਡ ਨੇਚਰ ਆਫ ਦਾ ਇਮੇਜ। ਸਭ ਤੋਂ ਪਹਿਲਾਂ ਅਸੀਂ ਪੋਜੀਸ਼ਨ ਪਤਾ ਕਰਨੀ। ਪੋਜੀਸ਼ਨ ਮਤਲਬ ਅਸੀਂ V ਪਤਾ ਕਰਨੀ, ਸਾਈਜ਼ ਮਤਲਬ ਅਸੀਂ H ਡੈਸ਼ ਪਤਾ ਕਰਨਾ, ਨੇਚਰ ਮਤਲਬ ਪੋਜ਼ਿਟਿਵ ਆ, ਨੈਗੇਟਿਵ ਆ, ਰੀਅਲ ਆ, ਇਨਵਰਟਿਡ ਆ, ਕਿਸ ਤਰ੍ਹਾਂ ਦੀ ਆ, ਅਸੀਂ ਉਹ ਚੀਜ਼ ਪਤਾ ਕਰਨੀ ਆ। ਸੋ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਲੈਂਸ ਫਾਰਮੂਲਾ ਲਗਾਵਾਂਗੇ, ਕਿਉਂਕਿ ਇਹਦੇ ਵਿੱਚ ਲੈਂਸ ਦਾ ਹੀ ਗੱਲ ਕੀਤੀ ਗਈ ਆ, ਤਾਂ ਅਸੀਂ ਲੈਂਸ ਫਾਰਮੂਲਾ ਲਗਾ ਰਹੇ ਹਾਂ। ਸੋ ਲੈਂਸ ਫਾਰਮੂਲਾ ਬੱਚੇ ਜਲਦੀ ਜਲਦੀ ਦੱਸੋ। ਲੈਂਸ ਫਾਰਮੂਲਾ ਕੀ ਹੁੰਦਾ? 1/f = 1/v ਮਾਈਨਸ 1/u। ਬੱਚੇ ਹੁਣ ਸਾਨੂੰ u ਵੀ ਪਤਾ ਆ, u ਦੀ ਵੈਲਿਊ ਕਿੰਨੀ ਆ 25 ਸੈਂਟੀਮੀਟਰ, ਔਰ f ਦੀ ਵੈਲਿਊ ਬੱਚੇ ਤੇ ਗਿਵਨ ਦੇ ਵਿੱਚ ਲਿਖ ਲੈਣਾ, ਵੇਅਰ h = 5 ਸੈਂਟੀਮੀਟਰ, u ਤੁਹਾਨੂੰ ਕਿੰਨਾ ਗਿਵਨ ਆ -25 ਸੈਂਟੀਮੀਟਰ, u ਇਜ਼ ਆਲਵੇਜ਼ ਨੈਗੇਟਿਵ। ਤਾਂ ਫੋਕਲ ਲੈਂਥ f ਕਿੰਨੀ ਆ ਤੁਹਾਡੀ 10 ਸੈਂਟੀਮੀਟਰ। ਬੱਚੇ ਕਨਵੈਕਸ ਦੀ ਫੋਕਲ ਲੈਂਥ ਆਲਵੇਜ਼ ਪੋਜ਼ਿਟਿਵ ਹੁੰਦੀ ਆ। ਠੀਕ ਹੈ, ਸੋ ਅਸੀਂ ਪਤਾ ਕੀ ਕਰਨਾ v। ਸੋ v ਨੂੰ ਇਸੇ ਤਰਫ ਪਿਆ ਰਹਿਣ ਦਿਓ, u ਨੂੰ ਉਸ ਤਰਫ ਲੈ ਜਾਓ। ਸੋ ਆ ਜਾਏਗਾ 1/f + 1/u = 1/v। ਸੋ ਐਲਸੀਐਮ ਲਿੱਤਾ, ਸਾਡੇ ਕੋਲ ਆ ਗਿਆ uf, u + f = 1/v। ਸੋ ਕੱਲਾ v ਦਾ ਆਂਸਰ ਕਿੰਨਾ ਆ ਜਾਏਗਾ, uf / u + f। ਨਾਓ ਪੁੱਟ ਦ ਵੈਲਿਊਜ਼। ਬੱਚੇ u ਦੀ ਵੈਲਿਊ ਕਿੰਨੀ ਆ ਤੁਹਾਡੀ -25, f ਦੀ ਵੈਲਿਊ ਕਿੰਨੀ ਆ 10, ਸੋ ਨੀਚੇ ਕਿੰਨਾ ਆ ਜਾਏਗਾ -25 + 10, ਸੋ -25 × 10 ਡਿਵਾਈਡਡ ਬਾਈ, ਬੱਚੇ 25 ਚੋਂ 10 ਮਾਈਨਸ ਕੀਤੇ ਸਾਡੇ ਕੋਲ ਕਿੰਨੇ ਆ ਜਾਣਗੇ ਮਾਈਨਸ ਤੇ 15, ਮਾਈਨਸ ਨਾਲ ਮਾਈਨਸ ਕੈਂਸਲ, 5 3s 5 2s 10। ਠੀਕ ਹੈ, ਸੋ ਇਸ ਤਰੀਕੇ ਨਾਲ ਆ ਗਈ। ਇਹਦਾ ਮਤਲਬ ਅਸੀਂ ਫਰਦਰ ਉੱਪਰ ਬਣਾ ਲੈਂਦੇ ਹਾਂ v =
25 ਨੂੰ 5 ਨਾਲ 2 ਨਾਲ ਮਲਟੀਪਲਾਈ ਕੀਤਾ ਗਿਆ 50 ਡਿਵਾਈਡਡ ਬਾਈ 3। ਸੋ ਇਹ ਆ ਗਿਆ ਤੁਹਾਡਾ 20 ਦਾ ਆਂਸਰ, ਜਿਹੜਾ ਕਿ ਤੁਹਾਡਾ ਪੋਜ਼ਿਟਿਵ 'ਚ ਆਂਸਰ ਆ ਰਿਹਾ। ਅਗਰ ਪੋਜ਼ਿਟਿਵ 'ਚ ਆਂਸਰ ਆ ਰਿਹਾ ਬੱਚੇ, ਜੇ ਤੁਸੀਂ ਇਹਨੂੰ ਡਿਵਾਈਡ ਕਰਕੇ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹਾਂ 16.7 ਸੈਂਟੀਮੀਟਰ। ਅਗਰ ਇੱਥੇ ਤੱਕ ਵੀ ਛੱਡ ਕੇ ਆਉਂਗੇ ਤਾਂ ਵੀ ਕੋਈ ਦਿੱਕਤ ਨਹੀਂ। ਹੁਣ ਦੇਖੋ ਬੱਚੇ, ਤੁਹਾਡੀ 20 ਪੋਜ਼ਿਟਿਵ 'ਚ ਆ ਰਹੀ। 20 ਪੋਜ਼ਿਟਿਵ ਮਤਲਬ ਤੁਹਾਡਾ ਦੂਸਰੇ ਪਾਸੇ ਜਾ ਕੇ ਇਮੇਜ ਬਣ ਰਹੀ ਆ। ਅਗਰ ਦੂਸਰੇ ਪਾਸੇ ਬਣ ਰਹੀ ਆ ਤਾਂ ਕੀ ਹੋਏਗੀ? ਰੀਅਲ ਇਮੇਜ। ਠੀਕ ਹੈ ਬੱਚੇ, ਮਿਰਰ ਦੇ ਵਿੱਚ ਕੀ ਸੀ? ਅਗਰ ਦੋਨਾਂ ਸਾਈਡ ਤੇ ਬਣਦੀ ਆ ਆਬਜੈਕਟ ਐਂਡ ਇਮੇਜ ਦੈਨ ਰੀਅਲ ਹੁੰਦੀ ਆ, ਬਟ ਕਨਵੈਕਸ ਦੇ ਕੇਸ ਦੇ ਵਿੱਚ ਅਗਰ ਆਪੋਜ਼ਿਟ ਸਾਈਡ ਤੇ ਬਣਦੀ ਆ ਇਮੇਜ ਦੈਨ ਤੁਹਾਡੀ ਰੀਅਲ ਇਮੇਜ ਹੋਏਗੀ। ਇਹਦਾ ਮਤਲਬ ਹੁਣ ਪਲੱਸ 16.7। ਹੁਣ ਦੇਖੋ ਬੱਚੇ, ਇੱਕ ਰੇ ਆਫ ਲਾਈਟ ਬਿਲਕੁਲ ਸਟ੍ਰੇਟ ਜਾਏਗੀ ਔਰ ਇੱਕ ਬਿਲਕੁਲ ਸੈਂਟਰ ਦੇ ਵਿੱਚੋਂ। ਸੋ ਸਕੇਲ ਰੱਖੋ, ਬਿਲਕੁਲ ਸੈਂਟਰ ਦੇ ਵਿੱਚੋਂ ਰੇ ਆਫ ਲਾਈਟ ਜਾਣੀ ਚਾਹੀਦੀ ਆ। ਬੱਚੇ ਮੈਂ ਹੁਣ ਸਕੇਲ ਯੂਜ਼ ਨਹੀਂ ਕਰ ਰਹੀ, ਇਸ ਕਰਕੇ ਹੋ ਸਕਦਾ ਮੇਰੀਆਂ ਰੇਜ਼ ਆਫ ਲਾਈਟ ਥੋੜ੍ਹੀਆਂ ਬਹੁਤ ਟੇਡੀਆਂ ਮੇਡੀਆਂ ਹੋਣ, ਬਟ ਤੁਸੀਂ ਬਿਲਕੁਲ ਸਕੇਲ ਯੂਜ਼ ਕਰਨਾ। ਇਹ ਬਿਲਕੁਲ ਫੋਕਸ ਦੇ ਵਿੱਚੋਂ ਨਿਕਲੇਗਾ ਇਸ ਤਰੀਕੇ ਨਾਲ। ਠੀਕ ਹੈ, ਸੋ ਇੱਥੇ ਜਾ ਕੇ ਤੁਹਾਡੀ ਜਿਹੜੀ ਆ ਇਮੇਜ ਬਣ ਜਾਏਗੀ। ਸੋ ਇੱਥੇ ਤੱਕ ਕਿੰਨੀ ਹੋਏਗੀ? 16.7 ਸੈਂਟੀਮੀਟਰ। ਸੋ ਦੇਖ ਲਓ ਬੱਚੇ, 25 ਸੈਂਟੀਮੀਟਰ ਜ਼ਿਆਦਾ ਵੱਡਾ ਹੋਣਾ ਚਾਹੀਦਾ ਆ ਅਤੇ 16.7 ਦੀ ਜਿਹੜੀ ਡਿਸਟੈਂਸ ਆ ਉਹ 25 ਨਾਲੋਂ ਘੱਟ ਹੋਣੀ ਚਾਹੀਦੀ ਆ। ਬਿਕੋਜ਼ ਮੈਂ ਇੱਥੇ ਸਕੇਲ ਪ੍ਰੋਪਰ ਯੂਜ਼ ਨਹੀਂ ਕਰ ਰਹੀ, ਇਸ ਕਰਕੇ ਬੱਚੇ ਮੇਰਾ ਆਲਮੋਸਟ ਸੇਮ ਲੱਗ ਰਿਹਾ, ਬਟ ਤੁਸੀਂ ਸਕੇਲ ਦੇ ਨਾਲ ਹੀ ਡਰਾ ਕਰਨਾ ਤਾਂ ਤੁਹਾਡੀ ਐਗਜ਼ੈਕਟ ਬਿਲਕੁਲ ਸਹੀ ਸਲਾਮਤ ਇਮੇਜ ਬਣ ਜਾਏਗੀ। ਠੀਕ ਹੈ, ਸੋ ਸਾਨੂੰ ਨੇਚਰ ਪਤਾ ਲੱਗ ਗਿਆ ਕਿ ਰੀਅਲ ਇਮੇਜ ਬਣਦੀ ਆ। ਸੈਕਿੰਡ ਅਸੀਂ ਕੀ ਪਤਾ ਕਰਨਾ? ਸਾਈਜ਼। ਸਾਈਜ਼ ਪਤਾ ਕਰਨ ਦੇ ਲਈ ਅਸੀਂ ਕੀ ਕਰਾਂਗੇ? ਫਾਰਮੂਲਾ ਕੀ ਆ ਮੈਗਨੀਫਿਕੇਸ਼ਨ ਦਾ? H'/H ਇਜ਼ ਇਕੁਅਲਸ ਟੂ V ਓਵਰ U। ਸੋ ਸਾਨੂੰ ਮੈਗਨੀਫਿਕੇਸ਼ਨ ਦੀ ਜ਼ਰੂਰਤ ਨਹੀਂ ਆ, ਸੋ ਮੈਗਨੀਫਿਕੇਸ਼ਨ ਨਾ ਲਿਖੋ। ਠੀਕ ਹੈ, ਸੋ ਇੰਨਾ ਹੀ ਲਿਖ ਰਹੇ ਹਾਂ। ਹੁਣ ਦੇਖੋ, ਅਸੀਂ H' ਪਤਾ ਕਰਨੀ ਆ। ਸੋ ਕਿੰਨਾ ਆ ਜਾਏਗਾ? V ਓਵਰ U ਮਲਟੀਪਲਾਈ ਬਾਈ H। ਨਾਓ ਵਟ ਇਜ਼ ਦ ਵੈਲਿਊ ਆਫ V? V ਦੀ ਵੈਲਿਊ ਕਿੰਨੀ ਸੀ? 50 ਡਿਵਾਈਡਡ ਬਾਈ 3। U ਦੀ ਵੈਲਿਊ ਕਿੰਨੀ ਸੀ ਬੱਚੇ ਤੁਹਾਡੀ? U ਦੀ ਵੈਲਿਊ ਸੀ 25 ਮਾਈਨਸ 25। ਸੋ ਅਸੀਂ ਲਿਖ ਦਿੱਤਾ ਮਾਈਨਸ 25 ਇੰਟੂ ਹਾਈਟ। ਹਾਈਟ ਕਿੰਨੀ ਹੈ H ਦੀ? 5 ਸੈਂਟੀਮੀਟਰ, ਕਿਉਂਕਿ ਪ੍ਰਿੰਸੀਪਲ ਐਕਸਿਸ ਦੇ ਬਿਲਕੁਲ ਉੱਪਰ ਆ ਤਾਂ ਪੋਜ਼ੀਟਿਵ 5। ਸੋ 5 ਲਿਖ ਦਿੱਤਾ। ਠੀਕ ਹੈ, ਸੋ ਇਹਦੀ ਕਟਿੰਗ ਕਰੋ ਬੱਚੇ। 5 1 जा 5, 5 5 जा 25, then 5 1 जा 5, 5 10 जा 50। We get minus 10 over 3। ਇਹਦਾ ਮਤਲਬ ਮਾਈਨਸ 'ਚ ਆਂਸਰ ਆ ਰਿਹਾ। ਮਾਈਨਸ ਮਤਲਬ ਤੁਹਾਡੀ ਪ੍ਰਿੰਸੀਪਲ ਐਕਸਿਸ ਤੋਂ ਨੀਚੇ ਵਾਲੇ ਪਾਸੇ ਤੁਹਾਡੀ H' ਹੋਏਗੀ। ਸੋ H' ਪ੍ਰਿੰਸੀਪਲ ਐਕਸਿਸ ਦੇ ਨੀਚੇ ਆ। ਸੋ ਦਿਸ ਇਜ਼ ਮਾਈਨਸ 3.33 ਸੈਂਟੀਮੀਟਰ। ਹੁਣ ਧਿਆਨ ਨਾਲ ਦੇਖੋ ਬੱਚੇ ਇੱਕ ਚੀਜ਼, ਜਿਹੜੀ ਇੱਥੇ ਹਾਈਟ ਕਿੰਨੀ ਸੀ? 5 ਸੈਂਟੀਮੀਟਰ। ਇਮੇਜ ਦੀ ਹਾਈਟ ਕਿੰਨੀ ਬਣੀ ਆ ਤੁਹਾਡੀ? 3.33। ਇਹਦਾ ਮਤਲਬ ਆਬਜੈਕਟ ਨਾਲੋਂ ਇਮੇਜ ਕੀ ਆ ਤੁਹਾਡੀ? ਛੋਟੀ। ਸੋ ਆਪਾਂ ਇੱਥੇ ਲਿਖ ਦੇਣਾ ਡਿਮਨਿਸ਼ਡ ਇਮੇਜ। Diminished image is formed by convex mirror is formed by convex lens लिख लो बच्चे, चाहे converging lens लिख लो, convex lens। ठीक है, the image is real and diminished। clear हो गया बच्चे? ये थोड़ा numerical number 10 सी। बच्चे NCERT बुक का next question देखो, question number 11। सो नैक्सट देखो, अ कनकेव लेंस ऑफ फोकल लेंथ 15 सेंटीमीटर। हुण कनकेव लेंस आ बच्चे, कनकेव लेंस की फोकल लेंथ ऑलवेज की होंदी है? नैगेटिव। ठीक है, सो नैगेटिव पॉजिटिव अपने दिमाग विच रखो। कनवैक्स के केस दे विच जिहड़ी आ एफ ऑलवेज की होंदी आ? पॉजिटिव। ते कनकेव के केस दे विच एफ की वैल्यू ऑलवेज की होंदी आ? नैगेटिव। आ चीज़ां बच्चे याद कर लो, अपनी कॉपी के उपर वड्डा वड्डा करके लिख लो, ताकि तुहानूं बार बार इस चीज़ नूं लर्न करन दी जरूरत ना पवे। एक बार च ही तुहानूं ये चीज़ां तुहाडे दिमाग च बैठ जाणियां चाहीदियां। सो नैक्सट देखो, एंड इमेज 10 सेंटीमीटर फ्रॉम द लेंस। सो जिहड़ी इमेज आ बच्चे, इमेज की दूरी दित्ती हुई आ। इमेज मतलब तुहानूं V की दूरी दित्ती हुई आ। V किन्नी आ? 10 सेंटीमीटर। सो सानूं पता कनकेव के केस दे विच रियल केस कदे बनदा ही नहीं, कदे भी नहीं बनता। ਇਹਦਾ मतलब पॉजिटिव केस कदे हो ही नहीं सकता। सो हमेशा ही वर्चुअल केस बनता। वर्चुअल मतलब तुहाडी ਜਿਹੜੀ V आ ऑलवेज की होएगी? नैगेटिव। सो ये भी चीज़ां तुहानूं दिमाग विच रखनी पेगी। सो V हमेशा की होएगी? नैगेटिव। सो आ गया माइनस 10 सेंटीमीटर। हाउ फॉर इज़ द ऑब्जेक्ट प्लेसड फ्रॉम द लेंस? असी पता की करना है? U। ड्रॉ अ रे डायग्राम। तो तुहानूं नाल दी नाल
ਇਹਦੀ ਡਾਇਗਰਾਮ ਵੀ ਡਰਾ ਕਰਨੀ ਪਏਗੀ। ਸੋ ਆਪਾਂ ਨਾਲ ਦੀ ਨਾਲ ਡਾਇਗਰਾਮ ਡਰਾ ਕਰਦੇ ਹਾਂ। ਸਭ ਤੋਂ ਪਹਿਲਾਂ ਕਨਕੇਵ ਮਿਰਰ ਲੈ ਲਓ ਇਸ ਤਰੀਕੇ ਨਾਲ, ਠੀਕ ਆ। ਸੈਂਟਰ ਦੇ ਵਿੱਚੋਂ ਪ੍ਰਿੰਸੀਪਲ ਐਕਸਿਸ ਪਾਸ ਆਊਟ ਕਰ ਦਿੱਤੀ। ਦਿਸ ਪੁਆਇੰਟ ਇਜ਼ O। ਅਸੀਂ ਕੀ ਕੀਤਾ, ਇੱਥੇ ਇੱਕ ਆਬਜੈਕਟ ਰੱਖ ਦਿੱਤਾ ਇਸ ਤਰੀਕੇ ਨਾਲ। ਸੋ ਆਬਜੈਕਟ ਦੀ ਹਾਈਟ ਬੱਚੇ ਲੈਂਸ ਨਾਲੋਂ ਥੋੜੀ ਛੋਟੀ ਰੱਖਣੀ ਆ। ਇੱਕ ਬਿਲਕੁਲ ਰੇ ਜਾਏਗੀ ਪੈਰਲਲ ਟੂ ਦ ਪ੍ਰਿੰਸੀਪਲ ਐਕਸਿਸ, ਇੱਕ ਜਾਏਗੀ ਸੈਂਟਰ ਦੇ ਵਿੱਚੋਂ। ਬੱਚੇ ਜਿਹੜੀ ਸੈਂਟਰ ਚੋਂ ਜਾਏਗੀ ਉਹ ਕਿਸੇ ਪਾਸੇ ਵੀ ਪਾਸ ਨਹੀਂ ਹੋਊਗੀ, ਮਤਲਬ ਉਹਨੇ ਕਿਸੇ ਪਾਸੇ ਵੀ ਬੈਂਡ ਨਹੀਂ ਹੋਣਾ, ਠੀਕ ਹੈ। O ਚੋਂ ਪਾਸ ਹੋ ਕੇ ਜਾਏਗੀ। ਬੱਚੇ ਸਕੇਲ ਰੱਖੋ, ਇੱਥੋਂ ਲੈ ਕੇ O ਤੋਂ ਬਿਲਕੁਲ ਸਟ੍ਰੇਟ ਲਾਈਨ ਜਾਣੀ ਚਾਹੀਦੀ ਆ ਤੁਹਾਡੀ, ਕਿਉਂਕਿ ਇਹ ਡਾਈਵਰਜਿੰਗ ਲੈਂਸ ਆ ਤਾਂ ਰੇਜ਼ ਆਫ ਲਾਈਟ ਨੂੰ ਖਿਲਾਰ ਦਿੰਦਾ, ਮਤਲਬ ਬਾਹਰ ਵੱਲ ਨੂੰ ਚਲ ਜਾਂਦਾ। ਸੋ ਕਿਤੇ ਵੀ ਜਾ ਕੇ ਤੁਹਾਡੀਆਂ ਰੇਜ਼ ਆਫ ਲਾਈਟ ਨਹੀਂ ਮਿਲ ਰਹੀਆਂ ਤਾਂ ਅਸੀਂ ਇਹਨੂੰ ਪਿੱਛੇ ਵੱਲ ਇਨਕਰੀਜ਼ ਕਰ ਦਿੱਤਾ ਇਸ ਤਰੀਕੇ ਨਾਲ। ਇਹਦਾ ਮਤਲਬ ਇੱਥੇ ਨਿੱਕੀ ਜਿਹੀ ਡਾਇਗਰਾਮ ਬਣੂਗੀ, ਨਿੱਕੀ ਜਿਹੀ ਇਮੇਜ ਬਣੂਗੀ ਇਸ ਤਰੀਕੇ ਨਾਲ, ਠੀਕ ਹੈ। ਅਗਰ ਆ AB ਆ ਤਾਂ ਕੌਣ ਹੋਏਗਾ, A' B'। ਕਲੀਅਰ ਹੋ ਗਿਆ। ਆਬਜੈਕਟ ਤੋਂ ਲੈ ਕੇ ਸੈਂਟਰ ਤੱਕ ਦੀ ਦੂਰੀ ਅਸੀਂ ਪਤਾ ਕਰਨੀ ਆ। ਇਮੇਜ ਤੋਂ ਲੈ ਕੇ ਸੈਂਟਰ ਤੱਕ ਦੀ ਦੂਰੀ ਸਾਨੂੰ ਦੱਸੀ ਹੋਈ ਆ 10 ਸੈਂਟੀਮੀਟਰ ਆ। ਫੋਕਲ ਲੈਂਥ ਵੀ ਸਾਨੂੰ ਗਿਵਨ ਆ, ਜਿੱਥੇ ਜਾ ਕੇ ਰੇਜ਼ ਆਫ ਲਾਈਟ ਬੱਚੇ ਟਕਰਾਉਂਦੀਆਂ ਉਹ ਤੁਹਾਡਾ ਫੋਕਸ ਹੁੰਦਾ। ਫੋਕਸ ਤੋਂ ਲੈ ਕੇ ਸੈਂਟਰ ਤੱਕ ਦੀ ਦੂਰੀ ਵੀ ਸਾਨੂੰ ਪਤਾ ਆ ਕਿ 15 ਸੈਂਟੀਮੀਟਰ ਆ। ਹੁਣ ਅਸੀਂ U ਪਤਾ ਕਰਨਾ। U ਦਾ ਪਤਾ ਕਰਨ ਦਾ ਫਾਰਮੂਲਾ ਕੀ ਆ, ਅਸੀਂ ਫਾਰਮੂਲਾ ਅਪਲਾਈ ਕਰਨ ਲੱਗੇ ਹਾਂ 1/f = 1/v - 1/u। ਹੁਣ ਅਸੀਂ U ਪਤਾ ਕਰਨਾ, U ਨੂੰ ਦੂਸਰੀ ਤਰਫ ਲੈ ਜਾਓ ਤਾਂ ਕਿ ਉਹ ਪੋਜ਼ੀਟਿਵ ਦਾ ਹੋ ਜਾਵੇ। 1/u = 1/v। ਜਦੋਂ F ਇੱਧਰ ਲੈ ਕੇ ਆਵਾਂਗੇ ਤਾਂ ਨੈਗੇਟਿਵ ਦਾ ਹੋ ਜਾਏਗਾ, ਨੈਗੇਟਿਵ। ਸੋ ਐਲਸੀਐਮ ਲੈ ਲਓ, ਬਣ ਗਿਆ VF, ਉੱਪਰ ਆ ਗਿਆ F - V, ਠੀਕ ਹੈ ਬੱਚੇ। 1/u ਸੀ, ਸਾਨੂੰ ਇਕੱਲਾ U ਚਾਹੀਦਾ। ਸੋ U ਕਿਹਦੇ ਇਕੁਅਲ ਹੋਏਗਾ, VF / F - V। ਸੋ ਵੈਲਿਊਜ਼ ਪੁੱਟ ਕਰੋ। F ਦੀ ਵੈਲਿਊ ਕਿੰਨੀ ਗਿਵਨ ਆ, -15 ਮਲਟੀਪਲਾਈ F ਦੀ V ਦੀ ਵੈਲਿਊ -10। ਬੱਚੇ ਮੈਂ ਉਲਟਾ ਪੁੱਟ ਕਰ ਦਿੱਤਾ, V ਦੀ ਵੈਲਿਊ -10 ਆ, ਮਤਲਬ ਇੱਥੇ ਪੁੱਟ ਕਰ ਦਿਓ -10। ਸੋ F ਦੀ ਵੈਲਿਊ 15 ਆ ਤਾਂ ਇੱਥੇ ਪੁੱਟ ਕਰ ਦਿਓ 15। F ਦੀ ਵੈਲਿਊ -15, ਮਾਈਨਸ ਪਹਿਲਾਂ ਹੀ ਸੀ, ਆਹ ਵਾਲਾ ਮਾਈਨਸ ਪਹਿਲਾਂ ਹੀ ਸੀ, ਤਾਂ V ਦੀ ਵੈਲਿਊ -10, ਠੀਕ ਹੈ। ਸੋ ਸੋਲਵ ਕਰੋ ਇਹਨੂੰ, ਆ ਜਾਏਗਾ ਮਾਈਨਸ ਦੇ ਨਾਲ ਮਾਈਨਸ ਕੱਟਿਆ ਗਿਆ, ਆ ਗਿਆ 10 × 15 ਡਿਵਾਈਡਡ ਬਾਈ -15 + 10। ਹੁਣ 15 ਚੋਂ 10 ਗਏ ਤਾਂ ਕਿੰਨੇ ਆ ਜਾਣਗੇ, -5। ਸੋ ਅਸੀਂ ਲਿਖ ਦਿੱਤਾ ਨੀਚੇ -5। 5 1 = 5, 5 2 = 10। ਸੋ ਸਾਡੇ ਕੋਲ ਆ ਗਿਆ -30 ਸੈਂਟੀਮੀਟਰ। ਇਹਦਾ ਮਤਲਬ U ਦਾ ਆਂਸਰ ਬੱਚੇ ਹਮੇਸ਼ਾ ਹੀ ਨੈਗੇਟਿਵ ਹੁੰਦਾ। ਇਹਦਾ ਮਤਲਬ U ਦਾ ਆਂਸਰ ਤੁਹਾਡਾ ਨੈਗੇਟਿਵ 'ਚ ਹੀ ਆਉਣਾ ਸੀ, ਠੀਕ ਆ। ਸੋ U ਦਾ ਆਂਸਰ ਆ ਗਿਆ -30 ਸੈਂਟੀਮੀਟਰ। ਸੋ ਇਹਦਾ ਮਤਲਬ ਜਿਹੜਾ ਆਹ ਵਾਲਾ U ਹੈ ਤੁਹਾਡਾ ਕਿੰਨਾ ਆ, 30 ਸੈਂਟੀਮੀਟਰ 'ਤੇ ਤੁਹਾਡੀ ਆਬਜੈਕਟ ਪਿਆ ਆ। ਕਲੀਅਰ ਹੋ ਗਿਆ ਬੱਚੇ। ਨੈਗੇਟਿਵ ਸਾਈਨ ਕੀ ਸ਼ੋ ਕਰ ਰਿਹਾ ਆ ਕਿ ਲੈਫਟ ਹੈਂਡ ਸਾਈਡ 'ਤੇ ਤੁਹਾਡਾ ਆਬਜੈਕਟ ਪਿਆ ਆ। ਡਨ। ਸੋ ਇਹ ਬੱਚੇ ਸਾਡੀ ਅੱਜ ਦੀ ਇੱਕ ਲੌਂਗ ਕਹਿ ਲਓ ਵੀਡੀਓ ਸੀ, ਜਿਹਦੇ ਵਿੱਚ ਅਸੀਂ ਕਨਵੈਕਸ ਔਰ ਕਨਕੇਵ ਲੈਂਸ ਦੋਨੋਂ ਕੀਤੇ ਆ। ਇਹਦੇ ਰੂਲਸ ਧਿਆਨ ਨਾਲ ਸਮਝਣਾ ਆ। ਜਿਹੜੇ ਇਹਦੇ ਨੂਮੈਰੀਕਲਸ ਆ ਉਹ ਇੰਪੋਰਟੈਂਟ ਆ, ਉਹ ਜ਼ਿਆਦਾ ਧਿਆਨ ਨਾਲ ਕਰਨੇ ਆ। ਅਗਰ ਕਿਸੇ ਵੀ ਨੂਮੈਰੀਕਲ ਦੇ ਵਿੱਚ ਜਾਂ ਟੌਪਿਕ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ ਤਾਂ ਜ਼ਰੂਰ ਪੁੱਛਣਾ। ਅਗਰ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਵੀਡੀਓ ਲਾਈਕ ਜ਼ਰੂਰ ਕਰਨਾ। ਥੈਂਕ ਯੂ ਸੋ ਮਚ।